ਅੱਜ ਤੁਹਾਨੂੰ ਮੈਂ ਬੜੀ ਇੱਕ ਅਜੀਬ ਕਹਾਣੀ ਸੁਣਾਈਨਾ। ਜਿਵੇਂ ਕਲੋਟੀ ਖੜਕਦੀ ਹੈ ਨਾ, ਇਸ ਤਰੀਕੇ ਅਸੀਂ ਖਾਲੀ ਕਲੋਟੀ ਯਾਰ ਕਦੀ ਖੜਕੇ ਨਹੀਂ। ਅਲਹਮਦੁਲਿਲਾ ਯਾਰਾਂ ਨਾਲ ਅਗਰ ਕਦੀ ਚੱਲੇ ਆਏ ਤੇ ਮੁਖਲਿਸ ਹੋ ਕੇ ਚੱਲੇ ਆਏ। ਅੱਜ ਸੁਬਹ ਨਾਲ ਇੰਜ ਹੋਇਆ ਵੀ ਮੈਂ ਤਾਂ ਆਇਆ ਆਪਣੇ ਅੱਡੇ ਤੇ ਕੰਮ ਵਾਸਤੇ, ਔਰ ਮੁਰੱਬੇ ਮੈਂ ਕੋਈ ਨਰਸਰੀ ਦੇ ਵਿੱਚੋਂ ਪੌਦੇ ਵੀ ਲਵਾਉਣੇ ਹਨ, ਲੇਕਿਨ ਅਰਜੈਂਟ ਮੇਰਾ ਇੱਕ ਬਹੁਤ ਬਿਹਤਰੀਨ ਚਾਚਾ ਅਜ਼ੀਮ ਆ ਗਿਆ ਮੇਰੇ ਕੋਲ। ਮੈਨੂੰ ਆਂਦਾ ਯਾਰ ਸਰਫਰਾਜ਼ ਅੱਜ ਇੱਕ ਨਾ ਬੜਾ ਅਜ਼ੀਮ ਵਾਕਿਆ ਹੋਇਆ, ਬੜਾ ਇਕਸਾਨੇ ਹੋ ਗਿਆ ਕਿ ਸਾਡਾ ਇੱਕ ਬੜਾ ਕਰੀਬੀ ਦੋਸਤ ਹੈ, ਉਹਦੇ 'ਤੇ ਨਾ ਸਕੈਮ ਦੀ FIR ਕਿਸੇ ਕਰਾ ਛੋੜੀਏ, ਔਰ ਉਹ ਥਾਣੇ ਦੇ ਵਿੱਚ ਤਵੀਲ ਦੇ ਵਿੱਚ ਤੇ ਉਹਦੀ ਆਪਾਂ ਜ਼ਮਾਨਤ ਕਰਾਉਣ ਵਾਸਤੇ ਕਚਹਿਰੀਆਂ ਜਾਵਣਾ। ਮੈਂ ਕਿਹਾ ਚਾਚਾ ਇਹ ਤਾਂ ਗੱਲ ਹੀ ਕੋਈ ਨਹੀਂ। ਮੈਂ ਉੱਥੋਂ ਧੂੜ ਪੱਟੀ ਮੋਟਰਸਾਈਕਲ ਛਿੱਕੀ, ਮੇਰੇ ਪਟਕੇ ਵਗੈਰਾ ਜਿਵੇਂ ਮਰਜ਼ੀ ਉੱਡਦੇ ਰਹਿ ਗਏ, ਲੇਕਿਨ ਅਸੀਂ ਨਿਕਲ ਗਿਆ ਕਚਹਿਰੀਆਂ ਵੱਲ। ਮੈਂ ਜਨਾਬ ਬਾਈਪਾਸ 'ਤੇ ਚੜ੍ਹਨ ਲੱਗਾ, ਮੈਨੂੰ ਚਾਚਾ ਅਜ਼ੀਮ ਆਂਦਾ ਬੜਾ ਬਿਹਤਰੀਨ ਰੋਡ ਬਣਿਆ ਪਿਆ, ਬਿਹਤਰੀਨ ਮਾਹੌਲ ਹੈ ਪਿਆ, ਇੱਥੋਂ ਦੇ MPA ਨੇ ਇੰਜ ਕਾਰਪੇਟ ਬਣਾ ਰੱਖਣਗੇ, ਤੁਹਾਨੂੰ ਮੋਟਰਵੇ 'ਤੇ ਚੜ੍ਹਨ ਦੀ ਜ਼ਰੂਰਤ ਹੀ ਕੋਈ ਨਹੀਂ। ਇਹ ਗੱਲਾਂ ਚਾਚਾ ਅਜ਼ੀਮ ਮੈਨੂੰ ਦੱਸਦਾ ਹੁੰਦਾ ਹੀ, ਅਤੇ ਮੈਂ ਵੀ ਉਹਨੂੰ ਇਹ ਗੱਲ ਕਰਿੰਦਾ ਮਨਾਉਂ ਕਿ ਯਾਰ ਵਾਕਈ ਬਹੁਤ ਹੀ ਪਿਆਰਾ ਮਾਹੌਲ ਹੈ, ਔਰ ਚੱਸ ਆ ਗਈ ਹੈ ਅੱਜ ਤੇਰੇ ਨਾਲ ਜਾਵਣ ਦੀ। ਔਰ ਮੈਂ ਇੱਥੋਂ ਦਾ ਰਿਹਾਇਸ਼ੀ ਹੋਣ ਦੇ ਬਾਵਜੂਦ ਮੈਂ ਇਹ ਸ਼ਾਰਟਕਟ ਜਿਹੜਾ ਸਫ਼ਰ ਹੈ ਨਾ, ਇਹ ਅੱਜ ਤੇਰੇ ਨਾਲ ਹੀ ਤੈਅ ਕਰਿੰਦਾ ਪਿਆ। ਮੈਂ ਵੇਖ ਲਓ ਵਿੱਚੋਂ ਥੋੜ੍ਹਾ ਜਿਹਾ ਐਵੇਂ ਮਾਮੂਲੀ ਜਿਹਾ, ਕਿਉਂਕਿ ਰੋਡ ਨਵਾਂ ਬਣਿਆ ਹੋਇਆ ਅਤੇ ਤਾਜ਼ਾ ਵਿੱਚੋਂ ਜਿਵੇਂ ਜਿੱਥੇ ਪੁੱਲਾਂ ਬਣਦੀਆਂ ਪਈਆਂ ਰਜਵਾਇਆਂ ਦੀਆਂ ਨਹਿਰਾਂ ਦੀਆਂ, ਉੱਥੋਂ ਐਵੇਂ ਥੋੜ੍ਹਾ ਜਿਹਾ ਐਵੇਂ 2-2 3-3 ਕਿੱਲੇ ਰੋਡ ਬਣਨ ਵਾਲਾ ਹਾ। ਬਾਕੀ ਸਾਰਾ ਤੁਸੀਂ ਇਹ ਵੇਖ ਰਹੇ ਹੋ, ਬਿਹਤਰੀਨ ਮਜ਼ਾ ਆ ਗਿਆ ਸਫ਼ਰ ਕਰਨ ਦਾ। ਕਰਦਿਆਂ ਅਸੀਂ ਆ ਰਹੇ ਸੀ ਰਸਤੇ ਦੇ ਵਿੱਚ, ਇਹ ਵੇਖ ਲਓ ਇੱਕ ਅਯਾਲੀ ਬੱਕਰੀਆਂ ਚਰਾ ਰਿਹਾ ਹੀ, ਕਮਾਲ ਮਾਹੌਲ ਹੈ। ਸਾਡੇ ਬਜ਼ੁਰਗ ਵੀ ਇਸੇ ਤਰੀਕੇ ਪੁਰਾਣੇ ਦੌਰ ਦੇ ਵਿੱਚ ਜਿਵੇਂ ਵਡੇਰੇ 2-3 ਪੁਸ਼ਤਾਂ ਪਿੱਛੇ ਚਲੇ ਜਾਵੀਏ ਤੇ ਰੇਵੜ 'ਚ ਰਹਿੰਦੇ ਹਨ, ਬੱਕਰੀਆਂ 'ਚ ਰਹਿੰਦੇ ਹਨ, ਔਰ ਬੱਕਰੀਆਂ ਖਾਂਦੇ ਵੀ ਹਨ। ਅੱਜ ਅਸਾਂ ਖਾਵਣ ਤੋਂ ਤਾਂ ਕਾਸਰ ਰਹਿ ਜਾਂਦੇ ਹਾਂ, ਵੇਚਣ ਦਾ ਸਾਡਾ ਕੰਮ ਹੁੰਦਾ ਕਿ ਕੁਰਬਾਨੀ 'ਤੇ ਵੇਚ ਕੇ ਕੱਪੜੇ ਲੈ ਲਈ ਸਾਂ, ਛੋਟੀ ਈਦ 'ਤੇ ਵੇਚ ਕੇ ਕੱਪੜੇ ਲੈ ਲਈ ਸਾਂ, ਕੁਰਬਾਨੀ 'ਤੇ ਵੇਚ ਕੇ ਕੁਰਬਾਨੀ ਕਰ ਲਈ ਸਾਂ, ਦਿਗਰ ਮਾਮਲਾਤ ਜਾਂ ਖੁਸ਼ੀ ਗਮੀ ਵਾਸਤੇ ਅਸੀਂ ਰੱਖੀਆਂ ਹੋਈਆਂ ਹੁੰਦੀਆਂ। ਲਿਹਾਜ਼ਾ ਚਾਚੇ ਅਜ਼ੀਮ ਨਾਲ ਜਿਹੜਾ ਮੇਰਾ ਸਫ਼ਰ ਹੈ ਬੜਾ ਹੀ ਦਿਲਚਸਪ ਰਿਹਾ। ਬਾਰ ਚਾਚਾ ਅਜ਼ੀਮ ਮੈਨੂੰ ਪਿੱਛੋਂ ਆਂਦਾ ਹੀ, ਪੁੱਤਰ ਮੱਠੀ ਟੋਰ ਤੂੰ ਹੀ ਮੇਰੇ ਪੁੱਤਰਾਂ ਆਰਨਾ ਅੱਜ ਸ਼ੂਟਰ ਹੀ ਜਾਂਦਾ ਪਿਆ। ਮੈਂ ਕਿਹਾ ਚਾਚਾ ਤੂੰ ਜੋ ਆ ਗਿਆ ਵੀ ਮੇਰਾ ਯਾਰ ਫਸਿਆ ਪਿਆ ਅਤੇ ਉਹਨੂੰ ਕਢਾਉਣਾ, ਅਤੇ ਮੈਂ ਤਾਂ ਅੱਜ ਇਹੋ ਜਿਹਾ ਖੱਡੇ ਹੀ ਕੋਈ ਨਹੀਂ ਵੇਖਣੇ। ਅਸੀਂ ਜਨਾਬ ਦੌੜਦਿਆਂ ਤੁਹਾਨੂੰ ਇੱਕ ਸਫ਼ਰ ਵੀ तय करते रहे और इंजॉय भी करते रहे कि इतना खूबसूरत जनाब मंजर है, बेहतरीन रोड है, नाल रजवा है, कमाल माहौल है। तो गप शप दे तुहाडे सामने एवें जा रहे हैं, एक दूसरे नाल पुरानियां कहानियां किसे और एक दूसरे नाल जड़ियाँ गुजरियां हुई गल्लां पईयां वो करते रहे। तो बहुत ही प्यार मुहब्बत भरी गुफ्तगू करते असीं अपना सफ़र तय करते जा रहे हैं और तुहानूं ही नाल ये सफ़र विखाइंदे जा रहे हैं कि कितना खूबसूरत माहौल है साडे इलाके दा। और सुबह दा टाइम आई, जड़ बने हुए आई, कमाल ही मुहब्बतां हन, रोड दे नाल बेहतरीन दरख्त और सब्ज़ माहौल, मिठे चौल। तो इस तरीके माहौल बने हुए आई कि वेख लो कि 25-25 30-30 साल पुराने जिन्होंने सफैदे आख्या जाता है साडी बोली दे विच, तुहाडी बोली विच की आंदे ने तुसीं थल्ले दस दसो। तोड़ तक रोड दे विच बेहतरीन माहौल नाल सफैदे लगे हुए हैं। रस्ते दे विच लोग जनाब आलूआं दी पटाई कर रहे हैं, औरतां जनाब रजवाए ते कपड़े धो रही हैं, कोई अपना माल मवेशी चरा रहा है। कमाल ही माहौल लग्या सानू तो बड़ा ये चीज़ पसंद आई है। तुसीं भी दस्सिया कि तुहानू ये रोड और ये साडा सफ़र और ये साडा व्लॉग किहो जिहा लग्या, तो कमेंट दे विच अपनी राय ज़रूर दिया है। बाकी जनाब असीं सफ़र तय करते जा रहे हैं। माहौल चाचा अजीम भी पिछों बह के इंजॉय कर रहा है, मैं भी उन्होंने वेख के दस रहा यार चाचा बड़ी कमाल दी यार तू सानू ये शार्टकट रस्ता दस्सिया कि जेड़े दिन चाचे अजीम आंदे आख्या भी जेड़े दिन तुहाडे कोल हैलमेट ना होवे ना तुसीं इस रस्ते नूं इंजॉय कर सकते हो। ए वेख लो जी आलू स्टॉक हो रहे हैं स्टोरां दे विच। ਜ਼ਿਮੀਂਦਾਰਾਂ ਦਾ हुकूमत ने वो हाल किया है कि जेड़ा गंजियां ने हुकूमत का किया है। बाकी अल्लाह पाक खैर करे। तो ਜ਼ਿਮੀਂਦਾਰਾਂ ਦਾ हुण हुकूमत कोई हाल नहीं किया, कोई जनाब पल्ले कख नहीं छड़िया। ਜ਼ਿਮੀਂਦਾਰ बेचारे अग्गां ही वेंदे पिछां ही वेंदे, आलू स्टॉक कर रहे हैं, कुछ आलू वेच के। एंड ते कहानी की दसीए कि असीं मियाँ चनू अपड़ के चैंबर च आए बैठे हैं, वकील साड़ी गूगी मारन ते लगा होया है, वो गूगी मार रहा है, असीं जनाब बह के विक्टरी के निशान बना रहे हैं। फाइनली असीं जनाब है वेख लो अदालत दे विच जा रहे हैं, जज दे सामने हुण पेशी है ते अपनी व्लॉग भी बना रहे हैं, तुहानूं भी विखा रहे हैं भी ये जनाब कचहरियां दे विच बंदे किवें धक्के खांदे ने। फाइनली जनाब वो असीं अपनी गूगी ठपा के गूगी मरा के असीं जनाब बहस हो गई, फैसला हो गया, फैसला साढ़े हक च होया। खुशी खुशी असीं जनाब घर जा रहे हैं, बिल्कुल असीं जिहड़ी वकील नूं गूगी ठपाई है साड़ी कम आ गई है। हुण असां वापस जा रहे हैं क्योंकि मैरिट ही होंदा है, लेकिन गल यह है कि अजकल पाकिस्तान दे विच मैरिट कराउण ते भी पैसे लगदे ने। ठीक है, लोग परेशान होंदे ने। गल ये
कि मैं तो अक्सर यही गल करें तो ना भी ये इतनियां मोटियां किताबां और कानून दियां इतनियां बेहतरीन मोटियां मोटियां किताबां लिखण दी और ये करने की कोई ज़रूरत कोई नहीं, सिर्फ इतना लफ्ज़ ही लिख देंगे कि जिंदे कोल पैसे ज़्यादा हो सन अदालतां उसकी गुलाम हो सन कानून उसका गुलाम हो सी। बहरहाल खैर की करिए हुण सारिਆਂ ਦੇ ਨਾਲ ਬਈਦਿਆਂ ਨੂੰ ਵਾਣ ਇੱਕੋ ਜਿਹੇ ਹੁੰਦੇ ਨੇ, ਸਾਰਿਆਂ ਵਾਸਤੇ ਕਾਨੂੰਨ ਹੈ, ਸਾਡੇ ਵਾਸਤੇ ਇਹ ਹੀ ਹੈ। ਰਸਤੇ ਦੇ ਵਿੱਚ ਆ ਰਹੇ ਹਾਂ, बेहतरीन माहौल ਇੰਜੋਏ ਕਰਦੇ ਆ ਰਹੇ ਹਾਂ, ਉਹੀ ਰੋਡ ਉਹੀ ਗੱਲਾਂ ਉਹੀ ਬਾਤਾਂ। ख़त्म होने तो बाद जनाब रस्ते ਦੇ ਵਿੱਚ ਇੱਕ ਮਾਹੌਲ ਆਇਆ, ਉਹ ਤੁਹਾਨੂੰ ਵਿਖਾਈਨਾ ਹੈ। ਕਾਰਪੇਟ ਰੋਡ ਹੈ, बेहतरीन ਦੋਵਾਂ ਸਾਈਡਾਂ ਤੋਂ ਤਿੰਨ ਲੈਣਾ ਤੇ ਪੌਦੇ ਲੱਗੇ ਹੋਏ ਨੇ। ਮੈਂ ਕਿਹਾ ਜਾਂਦੀ ਵਾਰੀ ਤੇ ਭੁੱਲ ਗਏ ਲੇਕਿਨ ਹੁਣ ਵਾਪਸ ਹਟਦੀ ਵਾਰੀ ਆਪਣੇ ਵੀਵਰਾਂ ਨੂੰ ਇਹ ਮਾਹੌਲ ਜ਼ਰੂਰ ਵਿਖਾਉਣਾ ਹੈ। ਅਸੀਂ ਜਨਾਬ ਇਹ ਤੁਹਾਨੂੰ ਮਾਹੌਲ ਵਿਖਾਉਣ ਵਾਸਤੇ ਦੁਬਾਰਾ ਫਿਰ ਇਸ ਰੋਡ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਹੁਣ ਤੁਸੀਂ ਵੇਖਦੇ ਪਏ ਹੋ ਕਿ ਕਿਤਨਾ ਖੂਬਸੂਰਤ ਮਾਹੌਲ ਹੈ ਪਿਆ ਵੀ ਗਰਮੀਆਂ ਦੇ ਵਿੱਚ ਇੱਥੋਂ ਜਨਾਬ ਬਹੁਤ बेहतरीन ਜਿਹੜੇ ਮੁਸਾਫਿਰ ਹਨ, ਕਿਉਂਕਿ ਮੋਟਰਸਾਈਕਲ ਤੇ ਲੋ ਲੱਗਦੀ ਹੈ, ਬਹੁਤ ਜ਼ਿਆਦਾ ਗਰਮ ਹਵਾ ਲੱਗਦੀ ਹੈ, ਲੇਕਿਨ ਇਹਨਾਂ ਦਰਖਤਾਂ ਦੇ ਤਲੂ ਜਿਸ ਟਾਈਮ ਬੰਦਾ ਟੱਪਦਾ ਹੈ ਨਾ ਤੇ ਜਾਂ ਇਹ ਕੰਮ ਕਰਾਇਆ ਜਾਂ ਇਹ ਦਰਖਤ ਲਵਾਇਨ ਉਹਦੇ ਵਾਸਤੇ ਦਿਲ ਦੇ ਵਿੱਚੋਂ ਇਤਨੀਆਂ ਦੁਆਵਾਂ ਨਿਕਲਦੀਆਂ ਕਿ ਮੈਂ ਤੁਹਾਨੂੰ ਦੱਸਾਂ ਤੇ ਦੱਸਾਂ ਕਿ ਯਕੀਨ ਕਰੋ ਕਿ ਉਹ ਬੰਦਾ ਵੀ ਬਿਲਕੁਲ ਜੰਨਤੀ ਹੋ ਸੀ ਕਿ ਇਹਨੇ ਇਹ ਪੌਦੇ ਵੀ ਲਵਾਇਨ, ਫਿਰ ਇਹਨਾਂ ਨੂੰ ਵੱਡਾ ਵੀ ਕੀਤਾ। ਸਿਰਫ ਲਵਾਉਣ ਦੀ ਫਾਰਮੈਲਿਟੀ ਪੂਰੀ ਨਹੀਂ ਕੀਤੀ, ਇਹਨਾਂ ਨੂੰ ਪਾਣੀ ਲਵਾਇਆ, ਇਹਨਾਂ ਨੂੰ ਵੱਡਾ ਵੀ ਕੀਤਾ, ਇਹਨਾਂ ਨੂੰ ਜਨਾਬ ਇੱਕ ਛਾਂ ਵੀ ਇਹਨਾਂ ਦੀ ਲਈ ਔਰ ਕਮਾਲ ਉਹਨੇ ਜਨਾਬ ਇਹਨਾਂ ਦੀ ਪ੍ਰਾਈਵੇਸੀ ਕੀਤੀ, ਇਹਨਾਂ ਦੇ ਉਹਨੇ ਆਪਣੇ ਮੁਲਾਜ਼ਮੀਨ ਦੀ ਡਿਊਟੀ ਔਰ ਦੀਗਰ ਮਾਮਲਾਤ ਜੋ ਵੀ ਹੁੰਦੇ ਨੇ ਤਹਫਜ਼ ਦੇ ਉਹਨੇ ਰੋਡ ਤੋਂ ਜਿਹੜੀ ਵੀ ਸਾਈਡਾਂ ਤੋਂ ਸਰਕਾਰੀ ਜਗ੍ਹਾ ਛੁੱਟੀ ਹੋਈ ਆਈ ਉਹਨੇ ਮੁਕੰਮਲ ਛੁਡਾਈਏ ਔਰ ਉਹ ਜ਼ਿਮੀਂਦਾਰਾਂ ਨੂੰ ਯਾਨੀ ਕਿ ਕਾਸ਼ਤ ਨਹੀਂ ਕਰਨ ਦਿੱਤੀ ਬਲਕਿ ਉਸ ਜਗ੍ਹਾ 'ਤੇ ਆਪਣੇ ਪੌਦੇ ਲਵਾਇਨ। ਇਸੇ ਵਾਸਤੇ ਆਂਦੇ ਨੇ ਕਿ ਕੋਈ ਤਾਂ ਅੱਲਾ ਦਾ ਕਿਦਾ ਹੀ ਤਾਂ ਅੱਲਾ ਦਾ ਨੇਕ ਬੰਦਾ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕੋਈ ਤਾਂ ਰੱਬ ਦਾ ਨੇਕ ਬੰਦਾ ਹੁੰਦਾ ਕਿ ਜਿਹੜਾ ਹਕੂਮਤ ਕੋਲੋਂ ਫੰਡ ਲੈ ਕੇ ਆਵਾਮ 'ਤੇ ਲੈਂਦਾ, ਉਸ ਤੋਂ ਬਿਹਤਰ ਹੈ ਕਿ ਖੁਦ ਖਾਵੇ। ਆਵਾਮ 'ਤੇ ਲਾਏ ਨੇ ਦਰਖਤਾਂ ਦੀ ਮੱਧ 'ਚ ਰੋਡਾਂ ਦੀ ਮੱਧ 'ਚ ਤੁਸੀਂ ਵੇਖਿਓ ਸੀ, ਮੈਂ ਗਿਆ ਵਾਪਸ ਘਰ ਵੀ ਪਹੁੰਚ ਆਇਆ। ਇਹ ਵੇਖ ਲਓ ਵੀ ਮੈਂ ਆਪਣੇ ਰੂਮ 'ਤੇ ਆਇਆ ਪਿਆ, ਚਾਚਾ ਜ਼ੀਮ ਵੀ ਸੁੱਤਾ ਪਿਆ ਆਪਣਾ ਮੋਬਾਈਲ ਚਲਾ ਰਿਹਾ, ਕਿਉਂਕਿ ਅੱਜ ਕੱਲ੍ਹ ਜਿੱਥੇ ਵੀ ਕੋਈ ਜਾਂਦਾ ਹੈ ਨਾ ਆਪਣਾ ਮੋਬਾਈਲ ਹੀ ਹੱਥ 'ਚ। ਬਾਕੀ ਗੱਲ ਇਤਨੀ ਮੇਰੀ ਕਹਾਣੀ ਆਈ, ਗੱਲ ਮੁੱਕੀ ਤੇ ਕਿੱਲੀ ਠੁੱਕੀ।